ਅੰਮ੍ਰਿਤ ਬਚਨ ਸਾਧ ਕੀ ਬਾਣੀ। 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 ਜੋ ਜੋ ਜਪੈ ਤਿਸ ਕੀ ਗਤ ਹੋਵੇ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਹਰ ਹਰ ਨਾਮ ਨਿਤ ਰਸਨ ਬਖਾਣੀ। ਹਰ ਹਰ ਨਾਮ ਨਿਤ ਰਸਨ ਬਖਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। कली काल के मिटे कलेसा। एको नाम मन में परवेसा। मिटे कलेसा। एको नाम मन में परवेसा। कली काल के मिटे कलेसा। एको नाम मन में परवेसा। मन में परवेसा। जो जो जपै तिसकी गत होवे। जो जो जपै तिसकी गत होवे। जो जो जपै तिसकी गत होवे। हर हर नाम नित रसन बखानी। हर हर नाम नित रसन बखानी। ਅੰਮ੍ਰਿਤ ਬਚਨ ਸਾਧ ਕੀ ਬਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਹਰ ਹਰ ਨਾਮ ਨਿਤ ਰਸਨ ਬਖਾਣੀ। ਹਰ ਹਰ ਨਾਮ ਨਿਤ ਰਸਨ ਬਖਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅੰਮ੍ਰਿਤ ਬਚਨ ਸਾਧ ਕੀ ਬਾਣੀ। ਸਾਧੂ ਤੋਰ ਮੁਖ ਮਸਤਕ ਲਾਈ। ਸਾਧੂ ਤੋਰ ਮੁਖ ਮਸਤਕ ਲਾਈ। ਨਾਨਕ ਉਦਰੇ ਨਾਨਕ ਉਦਰੇ ਹਰ ਗੁਰ ਸਰਣਾਈ। ਨਾਨਕ ਉਦਰੇ ਹਰ ਗੁਰ ਸਰਣਾਈ। ਹਰ ਗੁਰ ਸਰਣਾਈ। ਸਾਧੂ ਤੋਰ ਮੁਖ ਮਸਤਕ ਲਾਈ। ਨਾਨਕ ਉਦਰੇ ਹਰ ਗੁਰ ਸਰਣਾਈ। ਮੁਖ ਮਸਤਕ ਲਾਈ। ਨਾਨਕ ਉਦਰੇ ਹਰ ਗੁਰ ਸਰਣਾਈ। ਸਾਧੂ ਤੋਰ ਮੁਖ ਮਸਤਕ ਲਾਈ। ਨਾਨਕ ਉਦਰੇ ਹਰ ਗੁਰ ਸਰਣਾਈ। ਹਰ ਗੁਰ ਸਰਣਾਈ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਹਰ ਹਰ ਨਾਮ ਨਿਤ ਰਸਨ ਬਖਾਣੀ। ਹਰ ਹਰ ਨਾਮ ਨਿਤ ਰਸਨ ਬਖਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਜੋ ਜੋ ਜਪੈ ਤਿਸ ਕੀ ਗਤ ਹੋਵੇ। ਹਰ ਹਰ ਨਾਮ ਨਿਤ ਰਸਨ ਬਖਾਣੀ। ਹਰ ਹਰ ਨਾਮ ਨਿਤ ਰਸਨ ਬਖਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। ਅੰਮ੍ਰਿਤ ਬਚਨ ਸਾਧ ਕੀ ਬਾਣੀ। कली काल के मिटे कलेसा। एको नाम मन में परवेसा। कली काल के मिटे कलेसा। एको नाम मन में परवेसा। मन में परवेसा।
जो जो जपै तिसकी गत होवे, जो जो जपै तिसकी गत होवे। हर हर नाम नित रसन बखानी, हर हर नाम नित रसन बखानी। अमृत बचन साध की वाणी, अमृत बचन साध की वाणी। आत्म रस जह जानिया हर रंग, हर रंग सहजे मान। आत्म रस जह जानिया हर रंग सहजे मान। नानक तन 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 जन आए, आए ते परवान। आत्म रस जह जानिया हर रंग सहजे मान। नानक तन 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 जन आए ते परवान। नानक तन तन जन आए ते परवान। आया सफल ताहू को गनीय, जास रसन हर हर जस पनीय। आया सफल ताहू को गनीय, जास रसन हर हर जस बनीय। जो जो जपै तिसकी गत होवे, जो जो जपै तिसकी गत होवे। हर हर नाम नित रसन बखानी, हर हर नाम नित रसन बखानी। अमृत बचन साध की वाणी, अमृत बचन साध की वाणी। जो जो जपै तिसकी गत होवे, जो जो जपै तिसकी गत होवे। हर हर नाम नित रसन बखानी, हर हर नाम नित रसन बखानी। अमृत बचन साध की वाणी, अमृत बचन साध की वाणी।
आए बसै साधु कै संगे, अन दिन नाम ते आवे रंगे। आवत सो जनना महराता, जाका दया मया विदाता। जाको दया मया विधाता, जाको दया मया विधाता। एक आवन फिर जोन नाया, नानक हर कै दर्श समाया। एक आवन फिर जोन न आया, नानक हार कै दर्श समाया। जो जो जपै तिसकी गत होवे, जो जो जपै तिसकी गत होवे। हर हर नाम नित रसन बखानी, हर हर नाम नित रसन बखानी। अमृत बचन साध की वाणी, अमृत बचन साध की वाणी। वाहिगुरु 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 वाहिगुरु
ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਥਾਲੇ ਵਿੱਚ ਹਿਰਦੇ ਤੇ ਫੋਕਸ ਐਟ the heart area, the ਹਿਰਦਾ ਤੇ ਉੱਥੇ ਬਹੁਤ ਗੂੜੀ ਸੁਰਤੀ ਨਾਲ ਪਰਮਾਤਮਾ ਨੂੰ ਮਹਿਸੂਸ ਕਰਨਾ। ਥਾਲੇ ਥਾਲੇ ਵਿੱਚ ਤੇ ਵਸਤੂ ਪਈਓ ਹਿਰਦੇ ਦਾ ਥਾਲ ਮਹਾਰਾਜ ਜੀ ਕਹਿੰਦੇ ਦੇਖੋ ਗगन में थाल गगन में थाल रब चंद दीपक पयो एक हिरदा थाल थाल विच ते वस्तु पईओ कहंदे असीं तुहाडे हिरदे विच तीन चीज़ां रखियां होइयां हन। थाले विच ते वस्तु पईओ पाई हुई है। थाले विच ते वस्तु पईओ था
हर भोजन अमृत सार। हर भोजन परमात्मा ਅਸੀਂ ਤੁਹਾਡੇ ਲਈ ਭੋਜਨ ਬਣਾ ਕੇ ਰੱਖਿਆ ਹੋਇਆ। ਪਰਮਾਤਮਾ ਤੁਹਾਡੇ ਲਈ ਭੋਜਨ ਬਣਿਆ ਹੋਇਆ। ਪਰਮਾਤਮਾ ਤੁਹਾਡੇ ਲਈ ਭੋਜਨ ਬਣਿਆ ਹੋਇਆ। ਹਰ ਭੋਜਨ ਅੰਮ੍ਰਿਤ ਸਾਰ। ਅੰਮ੍ਰਿਤ ਸਾਰ ਸੁਧਾਈ, ਜਿਹੜਾ ਨਿਰਾਈ ਅੰਮ੍ਰਿਤ ਹੈ। ਉਹਨਾਂ ਨੂੰ ਮਹਿਸੂਸ ਕਰਨਾ ਜੀ ਹਿਰਦੇ ਵਿੱਚ। Maharaj Ji says, I have placed 3 things in the platter. The platter is your hirda, the heart area. And there is God for you. There is, I am there for you to eat me. I'm there for you to eat me. And that food is pure nectar. ਹਰ ਭੋਜਨ। ਇੱਕ ਤੇ ਮਹਾਰਾਜ ਜੀ ਕਹਿੰਦੇ ਤੂੰ ਬਾਹਰ ਭੋਜਨ ਛਕਦਾ ਨਾ, ਇੱਕ ਅੰਦਰ ਪਰਮਾਤਮਾ ਭੋਜਨ। ਪਰਮਾਤਮਾ ਭੋਜਨ। ਹਰ ਭੋਜਨ ਅੰਮ੍ਰਿਤ ਸਾਰ। ਹਰ ਭੋਜਨ ਅੰਮ੍ਰਿਤ ਸਾਰ। ਹਰ ਜੇ ਆਪਾਂ ਨੂੰ ਮਹਿਸੂਸ ਮਹਾਰਾਜ ਜੀ ਹੁੰਦੇ, ਉੱਥੇ ਘੜੀ ਦੀ ਉਲਟ ਦਿਸ਼ਾ ਵਿੱਚ ਚੱਲਦੇ। ਕਹਿੰਦੇ ਸਾਨੂੰ ਸੁਰਤੀ ਨਾਲ ਛਕ, ਸੁਰਤੀ ਨਾਲ ਛਕ। ਗੱਲਾਂ ਤੇਰੀਆਂ ਵੇ ਭੇਦਾਂ ਭਰੀਆਂ, ਸੁਰਤੀ ਨਾਲ ਛਕ। He says, ਥਾਲੇ ਵਿੱਚ 3 ਵਸਤੂ ਪਈ ਹੋ, 7 ਸੰਤੋਖ ਵਿਚਾਰ। 7 ਸੰਤੋਖ ਹਿਰਦੇ ਵਿੱਚ ਕੀ? ਪਰਮਾਤਮਾ। ਸੰਤੋਖ ਗੂੜਾ, ਗੂੜੀ ਸੰਤੁਸ਼ਟੀ। ਵਿਚਾਰ, ਵਿਚਾਰ ਦਾ ਮਤਲਬ ਕਿ ਜਿਹੜੀ ਚੀਜ਼ ਆਪਾਂ ਮਹਿਸੂਸ ਕਰਕੇ ਸਮਝਦੇ ਹਾਂ, ਮਹਿਸੂਸ ਕਰਕੇ ਸਮਝਦੇ, ਮਹਾਰਾਜ ਜੀ ਉਸ ਨੂੰ ਵਿਚਾਰ ਆਖਦੇ। ਇੱਕ ਤੇ ਮਨ ਨਾਲ ਹੀ ਸਮਝਦੇ ਨਾ, ਚੰਦ ਤੇ ਬੰਦਾ ਗਿਆ ਸੀ, ਉੱਥੇ ਕੁਛ ਮਹਿਸੂਸ ਨਹੀਂ। ਆਪਾਂ ਜੋ ਵੀ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ, ਉਹ ਮਹਿਸੂਸ ਨਹੀਂ ਹੁੰਦਾ ਜੋ ਪੜ੍ਹਦੇ ਹਾਂ, ਉਹ ਗਿਆਨ ਨਹੀਂ ਹੁੰਦਾ। ਉਹ ਕਿਸੇ ਵੱਲੋਂ ਦਿੱਤੀ ਗਈ ਆਪਾਂ ਨੂੰ ਕੁਛ ਇਨਫੋਰਮੇਸ਼ਨ ਹੁੰਦੀ ਹੈ, ਜਿਹੜੀ ਆਪਾਂ ਯਾਦ ਕਰ ਲੈਂਦੇ ਹਾਂ। ਬਸ ਕਹਾਣੀ ਸਿਰਫ ਉੱਥੇ ਨਹੀਂ ਕੀ ਹੈ, ਯਾਦ ਕਰ ਲੈਂਦੇ। ਇੱਥੇ ਮਹਿਸੂਸ ਕਰਕੇ ਸਮਝਦੇ, ਮਹਿਸੂਸ ਕਰਕੇ ਸਮਝ। Maharaj Ji says in that plate there are 3 things: the truth, the contentment, and the understanding received through feeling.
ਹਿਰਦੇ ਤੇ ਰਵਾਂਗੇ ਤੇ ਕਹਿੰਦੇ ਤੁਹਾਨੂੰ ਪਰਮਾਤਮਾ ਮਹਿਸੂਸ ਹੋਊ, ਤੁਸੀਂ ਸੰਤੁਸ਼ਟ ਹੋਵੋਗੇ, ਪਰੇ ਪਰੇ ਰੱਜੇ ਰੱਜੇ ਵਿਚਾਰ ਤੇ ਮਹਿਸੂਸ ਹੋ ਕੇ ਜੋ ਤੁਹਾਨੂੰ ਸਮਝ ਆਊ ਉਹ ਚੀਜ਼। ਜੇ ਕਿਤੇ ਆਪਾਂ ਨੂੰ ਸੁਣ ਜਾਏ ਉਹਨਾਂ ਦਾ ਬਚਨ ਜੀ, ਜੇ ਕਿਤੇ ਸੁਣ, hearing, if we become hungry enough to hear, and if he becomes graceful enough to bless us with that gift, ਜੇ ਕਿਤੇ ਆਪਣੇ ਅੰਦਰ ਸੁਣਨ ਦੀ ਭੁੱਖ ਲੱਗ ਜਾਵੇ ਤੇ ਉਹ ਮਿਹਰਬਾਨ ਹੋ ਕੇ ਉਹ ਵਸਤੂ ਆਪਾਂ ਨੂੰ ਦੇ ਦੇਵੇ ਜਿਹਦੇ ਨਾਲ ਸੁਣਦਾ ਹੈ, ਜਿਹਦੇ ਨਾਲ ਉਹਦੀ ਗੱਲ ਸੁਣਦੀ। ਹਾਂਜੀ, ਰੱਖਣਾ ਜੀ ਧਿਆਨ। ਹੁਣ ਆਪਾਂ ਸੁਰਤੀ ਵਿੱਚ ਵਾਹਿਗੁਰੂ, ਫਿਰ ਦੇਖਣਾ ਸਾਹ ਲੈਣ ਦੇ 3 ਤਰੀਕੇ ਹਨ। ਇੱਕ ਠੀਕ ਹੈ, 2 ਗਲਤ ਹਨ। ਆਪਾਂ ਤਕਰੀਬਨ ਸਾਰੇ ਦੇ ਸਾਰੇ ਹੀ ਉਹ ਗਲਤ ਤਰੀਕੇ ਨਾਲ ਸਾਹ ਲੈਂਦੇ ਆ। ਜਦੋਂ ਇਸ ਚੀਜ਼ ਨੂੰ ਪਲੀਜ਼ ਸਮਝਣਾ, ਜਦੋਂ ਮਹਾਰਾਜ ਜੀ ਸਵਾਸ ਨੂੰ ਫੇਫੜਿਆਂ ਦੇ ਵਿੱਚ ਲੈ ਕੇ ਜਾਂਦੇ ਤੇ ਫੇਫੜਿਆਂ ਦੇ ਉਤਲੇ ਹਿੱਸੇ ਵਿੱਚ ਉਹ ਆਕਸੀਜਨ ਬਾਹਰੋਂ ਜੋ ਲੈ ਕੇ ਗਏ ਉਹ ਫੇਫੜਿਆਂ ਦੇ ਉਤਲੇ ਹਿੱਸੇ ਵਿੱਚ ਦਾਖਲ ਹੁੰਦੀ, ਹੇਠਲੇ ਹਿੱਸੇ ਵਿੱਚ ਲਹੂ ਹੁੰਦਾ। ਉਹ ਲਹੂ ਕਿੱਥੋਂ ਆਇਆ? ਜਦੋਂ ਮਹਾਰਾਜ ਜੀ ਖੂਨ ਨੂੰ ਵਾਪਸ ਲੈ ਕੇ ਆਉਂਦੇ, ਜਿਹੜਾ ਖੂਨ ਸ਼ੁੱਧ ਨਹੀਂ ਰਿਹਾ ਸੀ, ਉਹ ਸਾਰੇ ਖੂਨ ਨੂੰ ਵਾਪਸ ਫਿਰ ਲੈ ਕੇ ਆਉਂਦੇ। ਹਾਂਜੀ, ਆਪਣੇ ਦਿਲ ਦੇ 2 ਹਿੱਸੇ ਹਨ ਜੀ, ਇੱਕ ਸੱਜਾ ਹਿੱਸਾ, ਇੱਕ ਖੱਬਾ ਹਿੱਸਾ। ਜਿਸ ਤਰ੍ਹਾਂ 2 ਫੇਫੜੇ ਹਨ, ਇਸੇ ਤਰ੍ਹਾਂ ਹੀ ਦਿਲ ਦੇ ਵੀ ਇੱਕ ਸੱਜਾ ਹਿੱਸਾ ਹੈ, ਇੱਕ ਖੱਬਾ ਹਿੱਸਾ। ਫੇਫੜੇ ਫੇਫੜਿਆਂ ਦੇ ਵਿੱਚ ਜਦੋਂ ਬਾਹਰੋਂ ਮਹਾਰਾਜ ਜੀ ਹਵਾ ਲੈ ਕੇ ਜਾਂਦੇ, ਆਕਸੀਜਨ, ਤੇ ਉਹ ਫੇਫੜੇ ਦੇ ਵਿੱਚ ਲਹੂ ਹੁੰਦਾ, ਉਹ ਆਪਾਂ ਦੇਖਾਂਗੇ ਕਿੱਥੋਂ ਆਉਂਦਾ। ਉਸ ਲਹੂ ਦੇ ਵਿੱਚ ਬਾਹਰੋਂ ਜਿਹੜੀ ਆਕਸੀਜਨ ਲੈ ਕੇ ਗਏ ਸੀ, ਉਸ ਲਹੂ ਦੇ ਵਿੱਚ ਮਹਾਰਾਜ ਜੀ ਮਿਲਾਉਂਦੇ ਇਸ ਬਾਹਰੋਂ ਖੜੀ ਆਕਸੀਜਨ ਜੋ ਫੇਫੜੇ ਵਿੱਚ ਹੈ। ਫਿਰ ਉਸ ਫੇਫੜੇ ਵਿਚਲੇ ਖੂਨ ਨੂੰ, ਜਿਹਦੇ ਵਿੱਚ ਹੁਣ ਆਕਸੀਜਨ ਮਿਲਾ ਦਿੱਤੀ ਗਈ, ਇਹ ਬਹੁਤ ਇੰਨਾ, ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਜੀ, ਇਸ ਤਰ੍ਹਾਂ ਨਹੀਂ ਹੈ। ਇਹਦੇ ਇਸ ਫਿਰ ਆਕਸੀਜਨ ਨਾਲ ਮਿਲੇ ਹੋਏ ਲਹੂ ਨੂੰ ਦਿਲ ਦੇ ਖੱਬੇ ਪਾਸੇ ਖੱਬੇ ਹਿੱਸੇ ਵਿੱਚ ਲੈ ਕੇ ਜਾਂਦੇ। ਜੋ ਗੱਲ ਅਸੀਂ ਕੀਤੀ ਸਾਫ਼ ਜੀ, ਇਹ ਇੰਨੀ ਗੂੜੀ ਹੈ ਕਿ ਇਹ ਫੇਫੜੇ 'ਚੋਂ ਲਹੂ ਲੈ ਕੇ ਜਾਣਾ ਕਿਸ ਤਰ੍ਹਾਂ ਹੁੰਦਾ, ਇਹਦੇ ਵਿੱਚ ਦਰਜਨਾਂ ਹੀ ਸਟੈਪਸ ਹਨ, ਪਰ ਆਪਾਂ ਮੋਟੀ ਮੋਟੀ ਗੱਲ ਸਮਝਣੀ। ਇਸ ਖੂਨ ਦੇ ਵਿੱਚ ਆਕਸੀਜਨ ਨੂੰ ਮਿਲਾ ਕੇ ਮਹਾਰਾਜ ਜੀ ਦਿਲ ਦੇ ਖੱਬੇ ਹਿੱਸੇ ਵਿੱਚ ਲੈ ਕੇ ਜਾਂਦੇ। ਖੱਬਾ ਹਿੱਸਾ ਦਿਲ ਦਾ ਫਿਰ ਉਸ ਖੂਨ ਨੂੰ ਸਾਰੇ ਸਰੀਰ ਵਿੱਚ ਲੈ ਕੇ ਜਾਂਦਾ। ਅਤੀ
ਬਰੀਕ ਨਾਲੀਆਂ ਹਨ ਜਿਨ੍ਹਾਂ ਨੂੰ ਕੈਪਿਲਰੀਜ਼ ਕਹਿੰਦੇ, ਬੇਹੱਦ ਬਰੀਕ, ਜਿਨ੍ਹਾਂ ਦੇ ਵਿੱਚੋਂ ਇਹ ਖੂਨ ਸਾਰੇ ਸਰੀਰ ਦੇ ਇਕੱਲੇ ਇਕੱਲੇ ਸੈੱਲ ਨੂੰ, ਜਿਹੜਾ ਆਪਣੀ ਜੋ ਚਮੜੀ ਹੈ ਇਹ ਵੀ ਸੈੱਲਾਂ ਦੀ ਬਣੀ ਹੋਈ, ਸਾਰੇ ਸਰੀਰ ਨੂੰ ਬਾਹਰ ਦੀ ਚਮੜੀ ਤੱਕ ਕੱਲੇ ਕੱਲੇ ਸੈੱਲ ਨੂੰ ਉਹ ਆਕਸੀਜਨ ਵਾਲਾ ਲਹੂ ਪਹੁੰਚਾਉਂਦੀ, ਜਿਹਦੇ ਨਾਲ ਉਹ ਸੈੱਲ ਜੀਂਦਾ ਰਹਿੰਦਾ ਤੇ ਆਪਾਂ ਜੀਂਦੇ ਰਹਿੰਦੇ ਹਾਂ। ਇਹ ਜਦੋਂ ਲੈ ਕੇ ਜਾਂਦੇ, ਹੁਣ ਜਦੋਂ ਸਾਰੇ ਸਰੀਰ ਵਿੱਚ ਇਹ ਤਾਜ਼ਾ ਖੂਨ ਲੈ ਗਏ, ਖੱਬੇ ਪਾਸਿਓਂ ਦਿਲ ਨੇ ਭੇਜਿਆ, ਦਿਲ ਦੇ ਖੱਬੇ ਪਾਸੇ ਨੇ, ਹੁਣ ਉਹ ਪਰਮਾਤਮਾ ਉਸੇ ਖੂਨ, ਜਿਹੜਾ ਮੈਲਾ ਹੋਇਆ ਖੂਨ, ਉਹਨੂੰ ਸੱਜੇ ਪਾਸਿਓਂ ਦੀ ਲਿਆ ਕੇ ਤੇ ਦਿਲ ਦੇ ਸੱਜੇ ਪਾਸੇ ਵਿੱਚ ਲਿਆਉਂਦੇ। ਦਿਲ ਦਾ ਸੱਜਾ ਪਾਸਾ ਉਹਨੂੰ, ਉਸ ਖੂਨ ਨੂੰ ਫਿਰ ਫੇਫੜਿਆਂ ਵਿੱਚ ਸੁੱਟਦਾ ਹੈ। ਇਸ ਚੀਜ਼ ਨੂੰ ਸਮਝਣਾ ਜੀ। ਦਿਲ ਦਾ ਸੱਜਾ ਪਾਸਾ ਜਿਹਦੇ ਵਿੱਚ ਸਾਰਾ ਖੂਨ ਲਿਆਂਦਾ, ਮੈਲਾ ਖੂਨ, ਉਹ ਮੈਲੇ ਖੂਨ ਨੂੰ ਫੇਫੜਿਆਂ ਵਿੱਚ ਸੁੱਟਦਾ ਤੇ ਫੇਫੜਿਆਂ ਦੇ ਹੇਠਲੇ ਹਿੱਸੇ ਵਿੱਚ ਉਹ ਖੂਨ ਜਮ੍ਹਾਂ ਹੁੰਦਾ, ਜਮ੍ਹਾਂ ਨਹੀਂ ਹੁੰਦਾ, ਥੋੜ੍ਹੀ ਦੇਰ ਲਈ ਉੱਥੇ ਰੁਕਦਾ। ਇਹ ਜਿਹੜਾ ਮੈਲਾ ਖੂਨ ਹੁਣ ਦਿਲ ਦੇ ਸੱਜੇ ਪਾਸੇ ਨੇ ਲਿਆ ਕੇ ਫੇਫੜਿਆਂ ਵਿੱਚ ਪਾਇਆ, ਇਸ ਮੈਲੇ ਖੂਨ ਦੇ ਵਿੱਚ ਫਿਰ ਪਰਮਾਤਮਾ ਨੇ ਬਾਹਰੋਂ ਸਾਹ ਲੈ ਕੇ ਆਕਸੀਜਨ ਮਿਲਾ ਕੇ ਤੇ ਉਹ ਸਰਕਲ, ਸਮਝਦੇ ਜੀ? ਹਾਂਜੀ ਹਾਂਜੀ, ਮਿਹਰਬਾਨੀ। ਦਿਲ ਦੇ ਖੱਬੇ ਪਾਸਾ ਜੋ ਹੈ, 4 ਚੈਂਬਰ ਹਨ, ਬਹੁਤ ਹੀ ਉਹਨਾਂ ਦੇ ਇੰਨੇ, ਉਹਨਾਂ ਨੂੰ ਸਮਝਣ ਵਾਸਤੇ ਕਈ ਵਰੇ ਲੱਗ ਜਾਂਦੇ, ਪਰ ਆਪਾਂ ਸੋ ਖੱਬੇ ਪਾਸਿਓਂ ਦੀ ਦਿਲ ਦਾ ਖੱਬਾ ਪਾਸਾ ਖੂਨ ਨੂੰ ਪ੍ਰੈਸ ਕਰਦਾ ਥੱਲੇ ਨੂੰ, ਉਹ ਖੂਨ ਸਾਰੇ ਪਰਮਾਤਮਾ ਸਾਰੇ ਸੈੱਲਾਂ 'ਚ ਲਿਆ ਕੇ ਫਿਰ ਸੱਜੇ ਪਾਸਿਓਂ ਦੀ ਉਹ ਖੂਨ ਤਾਂ ਚਾੜ੍ਹਦੇ, ਦਿਲ ਦਾ ਸੱਜਾ ਪਾਸਾ ਉਸ ਖੂਨ ਨੂੰ ਫੇਫੜਿਆਂ ਵਿੱਚ ਲਿਆਉਂਦਾ। ਫੇਫੜਿਆਂ ਵਿੱਚ ਜਦੋਂ ਲਿਆਉਂਦਾ ਹੈ ਤੇ ਫਿਰ ਆਕਸੀਜਨ ਜਿਹੜੀ ਆਪਾਂ ਸਾਹ ਰਾਹੀਂ ਲਈ, ਪਰਮਾਤਮਾ ਫਿਰ ਉਸ ਆਕਸੀਜਨ ਨੂੰ ਦਿਲ ਖੂਨ ਵਿੱਚ ਮਿਲਾਉਂਦੇ। ਹੁਣ ਇਸ ਚੀਜ਼ ਨੂੰ ਸਮਝਣਾ ਜੀ, ਆਪਾਂ ਕਿਉਂਕਿ ਟੈਂਸ ਰਹਿੰਦੇ ਹਾਂ, ਫਿਕਰ, ਚਿੰਤਾ, ਖਿਆਲ, ਉਹਦੇ ਨਾਲ ਕੀ ਹੁੰਦਾ ਕਿ ਆਪਣਾ ਜਿਹੜਾ ਪੇਟ ਹੈ ਉਹ ਟੈਂਸ ਰਹਿੰਦਾ, ਜਕੜਿਆ ਜਿਹਾ। ਉਹ ਜਕੜਿਆ ਹੋਇਆ ਕਿਉਂਕਿ ਮਨ ਥੱਲੇ ਰਹਿੰਦਾ ਹੈ, ਮਨ ਟਾਈਟ ਹੋ ਗਿਆ, ਇਹਨੂੰ ਹੀ ਟੈਨਸ਼ਨ ਆਖਦੇ, ਇਹਨੂੰ ਹੀ ਸਟ੍ਰੈਸ ਆਖਦੇ। ਮਨ ਟਾਈਟ ਹੋਇਆ ਉਹਨੇ ਸਾਰੇ ਪੇਟ ਦੇ ਮਸਲਸ ਫੜੇ ਹੋਏ। ਹੁਣ ਜਿਹੜਾ ਡਾਇਆਫਰਾਮ ਥੱਲੇ ਨੂੰ ਜਾਣਾ ਸੀ, ਜਦੋਂ ਆਪਾਂ ਸਾਹ ਲੈਂਦੇ, ਉਹ ਡਾਇਆਫਰਾਮ ਥੱਲੇ ਜਾ ਨਹੀਂ ਸਕਦਾ ਕਿਉਂਕਿ ਪੇਟ ਟਾਈਟ ਹੋਇਆ। ਉਸ ਡਾਇਆਫਰਾਮ ਨੇ ਥੱਲੇ ਪੇਟ ਵਿੱਚ ਜਾਣਾ ਸੀ, ਹੁਣ ਉਹ ਥੱਲੇ ਜਾ ਨਹੀਂ ਸਕਦਾ ਕਿਉਂਕਿ ਆਪਾਂ ਟੈਂਸ ਹਾਂ, ਫਿਕਰ, ਚਿੰਤਾ। ਉਹ ਡਾਇਆਫਰਾਮ ਇੱਕ ਕੰਧ ਬਣ ਜਾਂਦਾ ਹੈ, ਬਹੁਤ ਸਖਤ ਕੰਧ। ਹੁਣ ਫੇਫੜੇ ਆਪਣੀ ਥਾਂ ਨੂੰ ਜਾ ਨਹੀਂ ਸਕਦੇ ਤੇ ਕੀ ਹੁੰਦਾ ਕਿ ਫੇਫੜਿਆਂ ਨੇ ਫੁੱਲਣਾ ਹੈ। ਜਦੋਂ ਹਵਾ ਅੰਦਰ ਆਈ, ਖੂਨ ਅੰਦਰ ਆਇਆ, ਫੇਫੜਿਆਂ ਨੇ ਫੁੱਲਣਾ ਹੈ। ਫੇਫੜੇ ਕਿਉਂਕਿ ਕੁਦਰਤੀ ਤੌਰ 'ਤੇ ਪਰਮਾਤਮਾ ਨੇ ਥੱਲੇ ਨੂੰ ਲੈ ਕੇ ਜਾਣੇ ਸੀ, ਆਪਾਂ ਉਹ ਬੰਦ ਕਰ ਦਿੱਤਾ। ਹੁਣ ਕੀ ਹੁੰਦਾ ਹੈ ਕਿ ਆਪਣੀ ਛਾਤੀ ਫੁੱਲਦੀ ਹੈ, ਆਪਣੇ ਫੇਫੜੇ ਛਾਤੀ ਵਿੱਚ ਫੁੱਲਦੇ ਹਨ, ਗਾਂ ਨੂੰ। ਉਹਦੇ ਨਾਲ ਕੀ ਹੁੰਦਾ ਕਿ ਜਿਹੜੀ
ਫੇਫੜੇ ਦੇ ਉੱਪਰਲੇ ਹਿੱਸੇ ਵਿੱਚ ਆਕਸੀਜਨ ਸੀ, ਉਹ ਉੱਥੇ ਹੀ ਰਹਿੰਦੀ, ਖੂਨ ਹੇਠਾਂ ਜਿਹੜਾ ਉਹ ਉੱਥੇ ਰਹਿੰਦਾ ਤੇ ਗਾਂਹ ਨੂੰ ਹੋ ਜਾਂਦੇ ਦੋਵੇਂ। ਆਕਸੀਜਨ ਜਿਹੜੀ ਉਹ ਖੂਨ ਦੇ ਵਿੱਚ ਮਿਲਦੀ ਨਹੀਂ, ਬਹੁਤ ਥੋੜ੍ਹੀ ਜਿਹੀ ਮਿਲਦੀ। ਬਹੁਤ ਥੋੜ੍ਹੀ ਜਿਹੀ ਆਕਸੀਜਨ ਖੂਨ ਵਿੱਚ ਮਿਲਦੀ, ਤੇ ਫਿਰ ਉਸ ਥੋੜ੍ਹੀ ਆਕਸੀਜਨ ਵਾਲੇ ਲਹੂ ਨੂੰ ਮਹਾਰਾਜ ਜੀ ਦਿਲ ਥਾਣੀ ਫਿਰ ਲੈ ਕੇ ਜਾਂਦੇ, ਕਿਉਂਕਿ ਆਕਸੀਜਨ ਥੋੜ੍ਹੀ ਮਿਲੀ, ਬਹੁਤ ਅੰਦਰ ਬਹੁਤ ਜ਼ਿਆਦਾ ਚਾਹੀਦੀ ਹੈ। ਹੁਣ ਕੀ ਹੁੰਦਾ ਹੈ, ਆਪਾਂ ਨੂੰ ਜਲਦੀ ਜਲਦੀ ਸਾਹ ਲੈਣੇ ਪੈਂਦੇ ਆ। ਦੇਖਣਾ ਜੀ, ਜਦੋਂ ਵੀ ਆਪਾਂ ਨੂੰ ਕਿਤੇ ਕ੍ਰੋਧ ਆਵੇ, ਬਹੁਤ ਜਲਦੀ ਜਲਦੀ ਸਾਹ ਆਉਣਗੇ। ਕਿਉਂ? ਕਿਉਂਕਿ ਉਹ ਆਪਣਾ ਪੇਟ ਟਾਈਟ ਹੋ ਗਿਆ, ਹੁਣ ਫੇਫੜਿਆਂ ਨੇ ਥੱਲੇ ਨੂੰ ਜਾ ਨਹੀਂ ਸਕਣਾ, ਫੇਫੜੇ ਛਾਤੀ ਵਿੱਚ ਫੁੱਲਣਗੇ, ਖੂਨ ਦੇ ਵਿੱਚ ਹਵਾ ਨਹੀਂ, ਆਕਸੀਜਨ ਨਹੀਂ ਮਿਲ ਸਕਣੀ, ਥੋੜ੍ਹੀ ਜਿਹੀ ਆਕਸੀਜਨ ਮਿਲਣੀ। ਇਸ ਲਈ ਜਲਦੀ ਜਲਦੀ ਆਪਾਂ ਨੂੰ ਸਾਹ ਲੈਣੇ ਪੈਂਦੇ, ਜਲਦੀ ਜਲਦੀ ਫੇਫੜੇ ਕੰਮ ਕਰਦੇ, ਤੇ ਬਹੁਤ ਜਲਦੀ ਜਲਦੀ ਦਿਲ ਨੂੰ ਕੰਮ ਕਰਨਾ ਪੈਂਦਾ, ਕਿਉਂਕਿ ਹਰ ਵਾਰੀ ਦਿਲ ਨੇ ਖੂਨ ਲੈ ਕੇ ਜਾਣਾ। ਇਹ ਸਮਝ ਗਏ ਜੀ? ਇਸ ਨੂੰ ਸੁਣਨਾ ਫਿਰ ਜੋ ਠੀਕ ਤਰੀਕਾ, ਆਪਾਂ ਇਸ ਤਰੀਕੇ ਨਾਲ ਲੈਂਦੇ ਹਾਂ ਸਵਾਸ। ਕਦੀ ਵੀ ਦੇਖਣਾ ਆਪਣੀ ਛਾਤੀ ਗਾਂਹ ਪਿਛਾਂਹ ਹੁੰਦੀ ਹੈ, ਕਿਉਂਕਿ ਆਪਾਂ ਟੈਂਸ ਹੁੰਦੇ ਹਾਂ, ਔਰ ਉਹਦੇ ਨਾਲ ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੀਆਂ ਬਿਮਾਰੀਆਂ, ਔਰ ਸਾਰੇ ਅੰਦਰ ਦੀਆਂ ਬਿਮਾਰੀਆਂ। ਇੱਕ ਸਾਹ ਨੂੰ ਗਲਤ ਤਰੀਕੇ ਨਾਲ ਲੈਣ, ਠੀਕ ਤਰੀਕੇ। I was saying that there are 3 ways of inhaling and exhaling. One of the ways that if we are tense, in the lower part of our lungs, there remains blood. Maharaj Ji breathes in oxygen from outside through bronchs and alveoles. And then Maharaj Ji pushes the lungs downward, and the diaphragm expands downward and makes room for the lungs to expand downward. When the lungs expand downwards, the air, the oxygen is drawn to the lower part of the lung where the blood is. That is the way Maharaj Ji inhales us, and that's the right way. ਜਦੋਂ ਮਹਾਰਾਜ ਜੀ ਸਵਾਸ ਲੈਂਦੇ ਜੀ, ਉਹ ਆਪਣੇ ਫੇਫੜਿਆਂ ਨੂੰ ਠਾਹ ਨੂੰ ਪੁਸ਼ ਕਰਦੇ, ਤੇ ਠਾਹ ਨੂੰ ਜਦੋਂ ਫੇਫੜੇ ਹੁੰਦੇ, ਤੇ ਆਪਣਾ ਜੋ ਡਾਇਫਰਾਮ ਹੈ ਉਹ ਠਾਹ ਨੂੰ ਜਾਂਦਾ, ਤੇ ਫੇਫੜਿਆਂ ਲਈ ਜਗ੍ਹਾ ਬਣਦੀ ਠਾਹ ਨੂੰ ਜਾਣ ਵਾਸਤੇ। ਜਦੋਂ ਫੇਫੜੇ ਠਾਹ ਨੂੰ ਜਾਂਦੇ, ਤੇ ਜਿਹੜੀ ਉੱਪਰ ਹਵਾ ਸੀ ਆਕਸੀਜਨ, ਉਹ ਹੇਠਾਂ ਨੂੰ ਖਿੱਚੀ ਜਾਂਦੀ ਤੇ ਖੂਨ ਵਿੱਚ ਮਿਲਦੀ। ਅਸੀਂ ਫਿਰ ਕਹਿੰਦੇ, ਜੋ ਪਰਮਾਤਮਾ ਜਿਸ ਤਰ੍ਹਾਂ ਸਾਹ ਲੈਂਦੇ, ਠੀਕ ਜੋ ਸਾਹ ਹੈ। ਜਦੋਂ ਆਪਾਂ ਸਵਾਸ ਲੈਂਦੇ, ਫੇਫੜੇ ਭਰਦੇ ਹਵਾ ਨਾਲ, ਤੇ ਪਰਮਾਤਮਾ ਉਹਨਾਂ ਫੇਫੜਿਆਂ ਨੂੰ ਠਾਹ ਨੂੰ ਪੁਸ਼ ਕਰਦਾ ਹੈ, ਠਾਹ ਨੂੰ ਤੱਕਦਾ ਹੈ, ਤੱਕਦੇ ਹਨ। ਅਸੀਂ ਕਿੰਨੇ disrespectful,
महाराज जी माफ कर। ਉਹ ਫੇਫੜਿਆਂ ਨੂੰ ਠਾਹ ਨੂੰ ਤੱਕਦੇ ਤੇ ਆਪਣਾ ਜੋ ਡਾਇਫਰਾਮ ਪੇਟ ਦੇ ਤੇ ਛਾਤੀ ਦੇ ਵਿੱਚ ਉਹ ਠਾਹ ਨੂੰ ਜਾਂਦਾ ਪੈਰਾਸ਼ੂਟ ਦੀ ਤਰ੍ਹਾਂ ਤੇ ਫੇਫੜਿਆਂ ਲਈ ਜਗ੍ਹਾ ਬਣਾਉਂਦਾ ਹੈ ਥੱਲੇ ਆਉਣ ਲਈ। ਥੱਲੇ ਨੂੰ ਜਦੋਂ ਫੇਫੜੇ ਖਿੱਚੇ ਜਾਂਦੇ ਤੇ ਜਿਹੜੀ ਉੱਪਰ ਹਵਾ ਸੀ ਫੇਫੜਿਆਂ ਦੇ ਵਿੱਚ, ਕਿਉਂਕਿ ਫੇਫੜਾ ਥੱਲੇ ਨੂੰ ਖਿੱਚਿਆ ਗਿਆ, ਥੱਲੇ ਨੂੰ ਖਿੱਚੇ ਜਾਣ ਨਾਲ ਕੀ ਹੋਇਆ ਕਿ ਜਿਹੜਾ ਉੱਪਰ ਜਿੱਥੇ ਹਵਾ ਸੀ ਉਹ ਜਿਹੜਾ ਮੋਟਾ ਫੁੱਲਿਆ ਹੋਇਆ ਫੇਫੜਾ ਸੀ ਉਹ ਉੱਥੋਂ ਠਾਹ ਨੂੰ ਖਿੱਚਿਆ ਗਿਆ, ਹਵਾ ਠਾਹ ਨੂੰ ਖਿੱਚੀ ਗਈ। ਸਮਝ ਸਕਦੇ ਜੀ? ਪਹਿਲਾਂ ਉੱਪਰੋਂ ਫੇਫੜਾ ਚੌੜਾ ਸੀ ਤੇ ਉੱਥੇ ਹਵਾ ਸੀ, ਹੁਣ ਉਹ ਫੇਫੜੇ ਨੂੰ ਮਹਾਰਾਜ ਜੀ ਥੱਲੇ ਨੂੰ ਖਿੱਚਦੇ। ਥੱਲੇ ਨੂੰ ਜਦੋਂ ਥੱਲੇ ਨੂੰ ਖਿੱਚਦੇ ਤੇ ਉੱਪਰਲਾ ਹਿੱਸਾ ਜੋ ਫੇਫੜਿਆਂ ਦਾ ਹੈ ਉਹ ਪਤਲਾ ਹੋ ਜਾਂਦਾ ਤੇ ਹਵਾ ਨੂੰ ਥੱਲੇ ਜਾਣਾ ਪੈਂਦਾ, ਖੂਨ ਵਿੱਚ ਮਿਲਦੀ। ਤੇ ਜਦੋਂ ਆਪਾਂ ਅਪਟਾਈਟ ਹੁੰਦੇ ਤਾਂ ਉਹ ਥੱਲੇ ਨਹੀਂ ਜਾ ਸਕਦਾ, ਫੇਫੜਾ ਉੱਥੇ ਹੀ ਫੁੱਲ ਜਾਂਦਾ, ਹਵਾ ਉੱਪਰ ਰਹਿੰਦੀ, ਖੂਨ ਥੱਲੇ ਰਹਿੰਦਾ। ਅੱਜ ਇੰਨਾ ਕੀ ਦੇਖਣਾ ਜੀ, ਆਪਾਂ ਲੰਮੇ ਪੈਣਾ ਤੇ ਉਹ ਮਹਿਸੂਸ ਕਰਨਾ। ਫਿਰ ਹੁਣ ਪਹਿਲਾਂ ਤੇ ਉਸ ਤਰ੍ਹਾਂ ਹੀ ਉਸ ਦਿਨ ਕੀਤਾ ਸੀ ਨਾ, ਅੱਜ ਡਾਇਫਰਾਮ ਨੂੰ ਮਹਿਸੂਸ ਕਰਨਾ ਕਿ ਕਿਸ ਤਰ੍ਹਾਂ ਇਹ ਥੱਲੇ ਨੂੰ। ਹਾਂਜੀ ਜੀ, ਲੰਮੇ ਪੈ ਜਾਓ ਪਲੀਜ਼। ਸਿੱਧਾ ਮਨਰਾਵਾ ਉੱਪਰ ਹੋ ਜਾ। ਹਾਂਜੀ, ਸਿੱਧਾ ਜੀ ਸਾਰਾ ਸਰੀਰ, ਬਾਹਾਂ, ਮੋਢੇ, ਚੈਸਟ, ਪੇਟ, ਸਭ ਕੁਛ ਰਿਲੈਕਸਡ। Let's please lie down on our backs and spread the legs so that we can become relaxed. ਲੱਤਾਂ ਖੋਲ੍ਹਣੀਆਂ ਜੀ ਤਾਂ ਕਿ ਆਪਾਂ ਰਿਲੈਕਸ ਹੋ ਸਕੀਏ। ਬਾਹਾਂ ਵੀ ਰਿਲੈਕਸ, ਮੋਢੇ, so our neck, shoulders, arms, chest, so please feel neck relaxed, shoulders relaxed, arms relaxed, chest relaxed. Stomach is the main thing. It must become relaxed. Usually our stomach is very uptight. ਆਮ ਤੌਰ 'ਤੇ ਆਪਣਾ ਪੇਟ ਬਹੁਤ ਟਾਈਟ ਹੁੰਦਾ ਜੀ, ਫਿਕਰ ਚਿੰਤਾ ਦਾ, ਕਿਉਂਕਿ ਮਨ ਹੇਠਾਂ ਰਹਿੰਦਾ ਹੈ ਅੰਨੇ ਖੂਹ ਵੱਲ। Feel the stomach fully relaxed, please. Legs. ਮਹਿਸੂਸ ਕਰਨਾ ਜੀ ਕਿ ਲੱਤਾਂ ਇੰਨੀਆਂ ਭਾਰੀਆਂ ਕਿ ਜੇ ਚਾਹੀਏ ਵੀ ਤੇ ਫਿਰ ਵੀ
ਹਿਲਦੀਆਂ ਨਹੀਂ। Please feel that the legs are so heavy that even if I try to move, they won't move. ਜੇ ਰਿਲੈਕਸ ਹੈ ਲੱਤਾਂ ਤੇ ਫਿਰ ਇਹ ਹਾਲਤ ਹੋਊਗੀ ਜੀ। The same thing with arms. Arms should feel very heavy that we cannot even move them. ਇਸੇ ਤਰ੍ਹਾਂ ਬਾਹਾਂ ਵੀ ਜੀ ਬਹੁਤ ਭਾਰੀਆਂ ਕਿ ਹਿਲਦੀਆਂ ਨਹੀਂ। ਹੁਣ ਸਵਾਸ ਪਿਊਬਿਕ ਬੋਨ ਤੇ ਧਿਆਨ ਰੱਖਣਾ ਜੀ। ਸੁਰਤੀ ਵਿੱਚ ਵਾਹਿਗੁਰੂ। ਹੁਣ ਜਿੱਥੇ ਆਪਣੇ ਜੀ ਪਸਲੀਆਂ ਖਤਮ ਹੁੰਦੀਆਂ, ਜਿੱਥੋਂ ਪਸਲੀਆਂ ਖਤਮ ਹੁੰਦੀਆਂ ਤੇ ਪੇਟ ਸ਼ੁਰੂ ਹੁੰਦਾ, ਉਸ ਜਗ੍ਹਾ ਤੇ ਡਾਇਫਰਾਮ, ਜਿਸ ਤਰ੍ਹਾਂ ਕਿ ਹਾਰਮੋਨੀਅਮ ਦਾ ਪੱਖਾ ਜਦੋਂ ਬੰਦ ਹੋਵੇ ਤੇ ਉਸ ਤਰ੍ਹਾਂ ਦਾ ਇੱਥੇ ਹੱਥ ਰੱਖਣਾ ਜੀ, ਜਿੱਥੇ ਡਾਇਫਰਾਮ ਹੈ। ਮਹਿਸੂਸ ਕਰਕੇ ਪਸਲੀਆਂ ਜਿੱਥੇ ਖਤਮ ਹੁੰਦੀਆਂ ਤੇ ਪੇਟ ਸ਼ੁਰੂ ਹੁੰਦਾ, ਜੋ ਪਸਲੀਆਂ ਦੇ ਵਿੱਚ ਥੋੜ੍ਹੀ ਜਿਹੀ ਵੀ ਜਿਹੀ ਬਣਦੀ ਹੈ ਜੀ, ਵੀ ਜਿਹੀ। ਇੱਕ ਹੱਥ ਰੱਖਣਾ ਜੀ, ਸਿਰਫ ਇੱਕ ਹੱਥ ਛਾਤੀ ਦੇ ਸੈਂਟਰ ਵਿੱਚ। ਉਂਝ ਜੋ ਡਾਇਫਰਾਮ ਹੈ ਇਹ ਥੋੜ੍ਹਾ ਜਿਹਾ ਛਾਤੀ ਤੋਂ ਹੈ ਤੇ ਸਾਰੀ ਛਾਤੀ ਵਿੱਚ, ਪਰ ਸੱਜੇ ਪਾਸੇ ਥੋੜ੍ਹਾ ਜਿਹਾ ਜ਼ਿਆਦਾ ਹੈ, ਖੱਬੇ ਘੱਟ ਹੈ। ਉਹਦਾ ਕਾਰਨ ਹੈ, ਹਾਂਜੀ, ਕਾਰਨ ਹੈ ਆਪਣਾ ਮੇਦਾ। ਉਹਦੇ ਵਾਸਤੇ ਪਰਮਾਤਮਾ ਨੇ ਬਣਾਇਆ, ਉਹ ਫਿਰ ਵਿਚਾਰਾਂਗੇ। ਹੁਣ ਸਵਾਸ ਤੁਰ ਹੇਠਾਂ ਤੱਕ ਜਾਂਦੇ ਨਾ ਜੀ, ਫੇਫੜੇ ਭਰਨੇ ਹਵਾ ਨਾਲ, ਸਵਾਸ ਲੈਣਾ ਤੇ ਮਹਿਸੂਸ ਕਰਨਾ ਕਿ ਡਾਇਫਰਾਮ ਉੱਪਰ ਹੇਠਾਂ ਹੁੰਦਾ। ਜਦੋਂ ਮਹਾਰਾਜ ਜੀ ਆਪਣਾ ਸਵਾਸ ਲੈਂਦੇ ਤੇ ਡਾਇਫਰਾਮ, ਕਿਉਂਕਿ ਆਪਾਂ ਹੁਣ ਲੰਮੇ ਪਏ ਹਾਂ, ਆਪਾਂ ਨੂੰ ਦਿਸੂ ਇਹ ਫੁੱਲਦਾ, ਉੱਪਰ ਨੂੰ ਫੁੱਲਦਾ, ਹੇਠਾਂ ਨੂੰ ਅੰਦਰ ਨੂੰ ਵੀ ਫੁੱਲਦਾ ਹੈ, ਪਰ ਆਪਾਂ ਉਹ ਮਹਿਸੂਸ ਨਹੀਂ ਕਰ ਸਕਦੇ ਨਾ। ਬਾਅਦ ਵਿੱਚ ਤੇ ਮਹਿਸੂਸ ਹੋਊ, ਪਰ ਅਜੇ ਮੋਟਾ ਜਿਹਾ ਮਹਿਸੂਸ ਕਰਨ ਲਈ ਹੱਥ ਨਾਲ ਮਹਿਸੂਸ, ਫਿਰ ਤੇ ਅੰਦਰੋਂ ਐਨ ਮਹਿਸੂਸ ਹੁੰਦਾ ਕਿ ਕਿਸ ਤਰ੍ਹਾਂ ਫੁੱਲਦਾ, ਕਿਸ ਤਰ੍ਹਾਂ ਸੁੰਗੜਦਾ। ਹਾਂਜੀ, ਉੱਥੇ ਮਹਿਸੂਸ ਕਰਨਾ ਜੀ, ਸਵਾਸ ਲੈਂਦੇ ਰਹਿਣਾ ਨਾਲ ਵਾਹਿਗੁਰੂ। ਇੱਕ ਬਾਂਹ ਜ਼ਮੀਨ ਤੇ ਰੱਖਣੀ ਜੀ, ਖੱਬੀ ਬਾਂਹ ਜ਼ਮੀਨ ਤੇ ਰੱਖਣੀ, ਸੱਜੀ ਮਨਰਾਜ ਤੁਹਾਡੇ ਨਾਲ ਕੌਣ ਹੈ? ਹਾਂਜੀ, ਅਮਨ ਥੱਲੇ, ਤੁਸੀਂ ਬਹੁਤ ਉੱਤੇ ਰੱਖਿਆ ਹੱਥ, ਥੱਲੇ ਜਿੱਥੇ ਛਾਤੀ ਤੇ ਪੇਟ ਮਿਲਦੇ, ਹਾਂਜੀ ਇੱਥੇ। ਛਾਤੀ ਤੇ ਨਹੀਂ ਹੱਥ ਰੱਖਣਾ ਜੀ, where the ribs and the stomach meet. Now feel, let the ਸਵਾਸ ਪਰਮਾਤਮਾ ਨੂੰ ਲੈਣ ਦੇਣਾ ਜੀ। ਉਹਨਾਂ ਨੇ ਡੂੰਘੇ ਸਵਾਸ ਲੈਣੇ ਤੇ ਹੌਲੀ ਲੈਣੇ ਤੇ ਹੌਲੀ ਵਾਪਸ ਆਉਣੇ, ਤੇ ਮਹਿਸੂਸ ਕਰਨਾ
ਉਹ ਡਾਇਫਰਾਮ ਉੱਪਰ ਨੂੰ ਜਾਂਦਾ ਜਦੋਂ ਸਵਾਸ ਪਰਮਾਤਮਾ ਅੰਦਰ ਲੈਂਦੇ, ਤੇ ਫਿਰ ਹੇਠਾਂ ਨੂੰ ਜਾਂਦਾ ਜਦੋਂ ਸਵਾਸ ਬਾਹਰ ਕੱਢਦੇ। ਪੂਰੀ ਸੁਰਤੀ ਨਾਲ ਪਲੀਜ਼, ਸੋਚਣਾ ਨਹੀਂ ਹੈ ਜੀ ਕੁਛ, ਨੋ ਥਾਟਸ ਪਲੀਜ਼, there is nothing to think about. ਨਾਲ ਮਹਿਸੂਸ ਕਰਨਾ ਜੀ ਕਿ ਪੇਟ ਵੀ ਉੱਪਰ ਥੱਲੇ ਜਾਂਦਾ। ਮਹਿਸੂਸ ਕਰ ਸਕਦੇ ਜੀ ਕਿ ਪੇਟ ਉੱਪਰ ਥੱਲੇ ਜਾਂਦਾ? ਹਾਂਜੀ, ਇਹਨੂੰ ਦੇਖਣਾ। ਹੁਣ ਇੱਕ ਚੀਜ਼ ਸਮਝਣਾ ਜੀ, ਪੇਟ ਨੂੰ ਦੇਖਦੇ ਰਹਿਣਾ। ਜਦੋਂ ਛੋਟੇ ਬੱਚੇ ਹੁੰਦੇ, ਤੇ ਬਹੁਤ ਗਰਮੀ ਹੋਵੇ ਤੇ ਮਾਵਾਂ ਉਹਨਾਂ ਦੇ ਕੱਪੜੇ ਉਤਾਰ ਦਿੰਦੀਆਂ, ਸਿਰਫ ਇੱਕ ਡਾਇਪਰ ਰਹਿਣ ਦਿੰਦੀਆਂ, ਤੇ ਸਾਫ਼ ਦਿਸਦਾ ਉਹਨਾਂ ਦਾ ਕਦੀ ਦੇਖਣਾ, ਉਹਨਾਂ ਦਾ ਪੇਟ ਫੁੱਲਦਾ ਹੈ ਉੱਪਰ। ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ, ਉਹ ਨਹੀਂ ਸਵਾਸ ਲੈਂਦੇ, ਉਹਨਾਂ ਨੂੰ ਪਰਮਾਤਮਾ ਸਵਾਸ ਲੈਂਦਾ। ਸੋ ਪਰਮਾਤਮਾ ਜਦੋਂ ਸਵਾਸ ਲੈਂਦਾ, ਮਾਵਾਂ ਨੇ ਤੁਸਾਂ ਦੇਖਿਆ ਜੀ ਕਿ ਬੱਚਾ ਜਦੋਂ ਸਵਾਸ ਲੈਂਦਾ ਤਾਂ ਉਹਦਾ ਪੇਟ ਤਾਂ ਨੂੰ ਜਾਂਦਾ ਨਾ, ਉਹ ਠੀਕ ਤਰੀਕਾ ਹੈ, ਪਰ ਆਪਾਂ ਉਸ ਤਰ੍ਹਾਂ ਨਹੀਂ ਕਰਦੇ। ਇਹ ਦੇਖਣਾ, ਉਹ ਬੱਚਾ ਹੈ, ਉਹ ਕੁਛ ਨਹੀਂ ਕਰਦਾ ਆਪਣੇ ਵੱਲੋਂ, ਸੋ ਉਹਦੇ ਵਿੱਚ ਪਰਮਾਤਮਾ ਵਰਤ ਰਹੇ ਦਿਸਦੇ ਕਿ ਪਰਮਾਤਮਾ ਸਵਾਸ ਨੂੰ ਜਦੋਂ ਅੰਦਰ ਲੈ ਕੇ ਜਾਂਦੇ, ਤੇ ਕੁਦਰਤੀ ਤਰੀਕੇ ਨਾਲ ਡਾਇਫਰਾਮ ਉੱਪਰ ਨੂੰ ਹੁੰਦਾ, ਉੱਪਰ ਤੇ ਹੇਠਾਂ ਨੂੰ, ਤੇ ਪੇਟ ਉੱਪਰ ਥੱਲੇ ਹੁੰਦਾ, ਪੇਟ ਉੱਪਰ ਥੱਲੇ। ਪੇਟ ਨੂੰ ਹੋਣ ਦੇਣਾ ਜੀ ਚੰਗੀ ਤਰ੍ਹਾਂ ਉੱਪਰ ਥੱਲੇ। ਜੇ ਆਪਾਂ ਸੋਚਾਂਗੇ ਤੇ ਪਰਮਾਤਮਾ ਨੇ ਫਿਰ ਚੰਗੀ ਤਰ੍ਹਾਂ ਵਰਤ ਨਹੀਂ ਸਕਣਾ। Please let God work fully. We must not interfere. ਆਪਾਂ ਸਿਰਫ ਮਹਿਸੂਸ ਕਰਨਾ। ਇਹੀ ਹੈ ਤਨ ਮਨ ਦੀਜੈ ਸੱਜਣਾ। ਤਨ, ਮਹਾਰਾਜ ਜੀ ਕਹਿੰਦੇ ਤਨ ਸਾਡੇ ਹਵਾਲੇ ਕਰ, ਜੇ ਤੈਨੂੰ ਫਿਕਰ ਚਿੰਤਾ, ਤਨ ਸਾਡੇ ਹਵਾਲੇ ਹੀ ਨਹੀਂ, ਤਨ ਤੇਰਾ ਜਕੜਿਆ ਹੋਇਆ, ਅਸੀਂ ਤੈਨੂੰ ਕੁਛ ਕਰ ਨਹੀਂ ਸਕਦੇ ਤੇਰੇ ਨਾਲ। ਸੁਰਤੀ ਵੀ ਜਕੜੀ ਹੋਈ, ਕੁਛ ਕਰ ਨਹੀਂ ਸਕਦੇ, ਸਰੀਰ ਵੀ ਜਕੜਿਆ ਹੋਇਆ, ਕੁਛ ਕਰ ਨਹੀਂ ਸਕਦੇ। ਕਹਿੰਦੇ ਦੋਵੇਂ ਇਹੀ ਹੈ, ਤਨ ਮਨ ਤਨ ਸਭ ਤਿਸ ਕਾ। ਪਹਿਲਾਂ ਵਸਤ ਸੇ ਬਿਲਕੁਲ ਰਿਲੈਕਸ ਹੋਣਾ ਜੀ ਪਲੀਜ਼, ਬਿਲਕੁਲ ਜਿਸ ਤਰ੍ਹਾਂ ਆਪਾਂ ਡੈਡ ਹੁੰਦੇ ਹਾਂ। ਲੈਟ ਦ ਬਾਡੀ ਬਿਕਮ ਡੈਡ ਸੋ ਦੈਟ ਵੀ ਕੈਨ ਵਾਚ ਮਹਾਰਾਜ ਜੀਜ਼ ਫੰਕਸ਼ਨ ਮੋਰ ਕਲੋਜ਼ਲੀ। ਦੇਖਣਾ ਕਿ ਜਿਸ ਤਰ੍ਹਾਂ ਸਰੀਰ ਦੀ ਮੌਤ ਹੋ ਗਈ ਤਾਂ ਆਪਾਂ ਦੇਖ ਸਕਾਂਗੇ ਉਹਨਾਂ ਦਾ ਹੱਥ ਹੋਰ ਨੇੜੇ ਹੋ।
पेट काफ़ी उपर आना चाहिए जी जे आप ठीक श्वास लै रहे। पहला वस्त सियान कै ताकि चैवा पार, तन मन दीजै सज्जणा यही हसन सार। ਕਹਿੰਦੇ ਤਨ ਮਨ ਦੋਵੇਂ ਤੂੰ ਸਾਨੂੰ ਦੇ ਦੇ, ਸਾਡੇ ਹਵਾਲੇ ਕਰ ਦੇ, ਫਿਰ ਦੇਖੀ ਤੈਨੂੰ ਹਾਸਾ ਆਉਣਾ, ਤੇ ਉਹ ਹਾਸਾ ਹੀ ਉੱਤਮ ਹਾਸਾ ਹੈ। ਆਪਾਂ ਨੂੰ ਹਾਸਾ ਆਉਂਦਾ ਹੀ ਨਹੀਂ, ਕਿਉਂਕਿ ਆਪਾਂ ਨਾ ਉਹਨਾਂ ਨੂੰ ਤਨ ਉਹਨਾਂ ਦੇ ਹਵਾਲੇ ਕਰਦੇ ਹਾਂ, ਨਾ ਮਨ ਕਰਦੇ। ਤਨ ਮਨ ਦੀਜੈ ਸੱਜਣਾ ਇਹੀ ਹਸਨ ਸਾਰ। He says, let me work at your body, on your consciousness, and then you would feel your insides laughing. ਕਹਿੰਦੇ ਸਾਨੂੰ ਸਾਡੇ ਹਵਾਲੇ ਕਰਕੇ ਦੇਖ, ਤਨ ਨੂੰ ਵੀ ਤੇ ਮਨ ਨੂੰ ਵੀ, ਤੈਨੂੰ ਹਾਸਾ ਆਈ ਜਾਣਾ। ਹਾਸਾ ਆਈ ਜਾਣਾ। पूरा रिलैक्स जी। वाहिगुरु वाहिगुरु। ਤੁਸੀਂ ਨਹੀਂ ਬੋਲਣਾ ਜੀ, ਤੁਸੀਂ ਸਿਰਫ ਸਰੀਰ ਨੂੰ ਰੈਸਟ, ਰਿਲੈਕਸ ਹੋਣ ਦੇਣਾ। ਦੇਖਿਓ 5 ਮਿੰਟਾਂ ਵਿੱਚ ਇੰਨੇ ਆਪਾਂ ਤਾਜ਼ੇ ਹੋ ਜਾਣਾ ਕਿ ਜਿਸ ਤਰ੍ਹਾਂ ਪਤਾ ਨਹੀਂ ਕਿੰਨੇ ਘੰਟੇ ਸੁੱਤੇ। ਤਨ ਮਨ ਦੀਜੈ ਸੱਜਣਾ, ਅਸੀਂ ਤੇਰੇ ਸੱਜਣ ਹਾਂ, ਸਾਨੂੰ ਵੀ ਨਹੀਂ ਤੂੰ ਦੇ ਸਕਦਾ ਤਨ ਮਨ, ਅਸੀਂ ਤੇਰੇ ਸੱਜਣ ਹਾਂ। ਤਨ ਮਨ ਦੀਜੈ ਸੱਜਣਾ ਇਹੀ ਹਸਣ ਸਾਰ। ਮਹਿਸੂਸ ਕਰਨਾ ਜੀ, ਹਾਸਾ ਜੇ ਅੰਦਰ ਮਹਿਸੂਸ ਹੋਊ, ਬਟ let the body remain dead, just the laughter should be there. ਸਰੀਰ ਨੂੰ ਨਹੀਂ ਹਰਕਤ ਵਿੱਚ ਆਉਣ ਦੇਣਾ ਜੀ, ਸਰੀਰ ਨੂੰ। ਸਰੀਰ ਉਦੋਂ ਹਰਕਤ ਵਿੱਚ ਆਉਂਦਾ ਜਦੋਂ ਮਨ ਹਰਕਤ ਵਿੱਚ ਆਉਂਦਾ, ਜਦੋਂ ਮਨ ਸੋਚਦਾ ਤੇ ਸਰੀਰ ਹਿਲ ਜਾਂਦਾ, ਉਹ ਸਾਈਨ ਹੁੰਦਾ ਕਿ ਮਨ ਹਰਕਤ ਵਿੱਚ ਆ ਗਿਆ, ਮਨ ਕੁਝ ਸੋਚ ਰਿਹਾ ਹੈ। ਉਸ ਤਰ੍ਹਾਂ ਆਪਣਾ ਸਰੀਰ ਹਿਲ ਨਹੀਂ ਸਕਦਾ। If our mind is at rest, our body must become restful. Body cannot move if our mind is not thinking. ਤਨ ਮਨ ਦੀਜੈ ਸੱਜਣਾ ਇਹੀ ਹਸਣ ਸਾਰ। ਪੇਟ ਵਿੱਚ ਹਾਸਾ ਜੇ ਉੱਠਦਾ, ਜੇ ਹਾਸਾ ਆਵੇ ਤੇ ਹੱਸਣ ਦੇਣਾ ਜੀ। ਤਨ ਮਨ ਦੀਜੈ ਸੱਜਣਾ ਇਹੀ ਹਸਣ ਸਾਰ।
ਤਨ ਮਨ ਦੀਜੈ ਸੱਜਣਾ ਇਹੀ ਹੱਸਣ ਸਾਰੇ ਤਨ ਮਨ ਦੀਜੈ ਸੱਜਣਾ ਇਹੀ ਹੱਸਣ ਸਾਰੇ ਤਨ ਮਨ ਦੀਜੈ ਸੱਜਣਾ ਇਹੀ ਹੱਸਣ ਸਾਰੇ ਇਹ ਰੱਬ ਹੱਸਦਾ ਵੇ ਵੇਖ ਰੱਬ ਹੱਸਦਾ ਰੱਬ ਹੱਸਦਾ ਵੇ ਵੇਖ ਰੱਬ ਹੱਸਦਾ ਤੁਸੀਂ ਗਾਉਣਾ ਨਹੀਂ ਜੀ ਹੱਸਣ ਦੇਣਾ ਉਹਨੂੰ ਰੱਬ ਹੱਸਦਾ ਵੇ ਵੇਖ ਰੱਬ ਹੱਸਦਾ ਰੱਬ ਹੱਸਦਾ ਵੇ ਵੇਖ ਰੱਬ ਹੱਸਦਾ ਇੱਕ ਰੱਬ ਖੰਗਣ ਲੱਗ ਪਿਆ ਰੱਬ ਹੱਸਦਾ ਵੇ ਵੇਖ ਰੱਬ ਹੱਸਦਾ ਰੱਬ ਹੱਸਦਾ ਵੇ ਪੇਟ ਵੱਲ ਦੇਖਣਾ ਜੀ ਪੇਟ ਵੱਲ ਉੱਥੇ ਰੱਬ ਰੱਬ ਹੱਸਦਾ ਜੀ ਰੱਬ ਹੱਸਦਾ ਪਰਾਂ ਹੋਇਆ ਮਨ ਤੇ ਮੈਂ ਰੱਬ ਹੋ ਗਈ ਪਰਾਂ ਹੋਇਆ ਮਨ ਤੇ ਮੈਂ ਰੱਬ ਹੋ ਗਈ ਪਰਾਂ ਛੱਡ ਸਿਆਣਪਾਂ ਨੂੰ ਵੇ ਸੱਜਣਾ ਕੀ ਇਹਨਾਂ ਵਿੱਚ ਰੱਖਿਆ ਮਹਾਰਾਜ ਜੀ ਕਹਿੰਦੇ ਆਪ ਗਵਾਈਏ ਤਾਂ ਸੋ ਪਾਈਏ ਅਵਰ ਕੈਸੀ ਚਤਰਾਈ ਕਹਿੰਦੇ ਸਿਆਣਪਾਂ ਪ੍ਰਾਣੀ ਨੂੰ ਸਾਡੇ ਨਾਲੋਂ ਅਲੱਗ ਰੱਖੀ ਰੱਖਦੀ ਹਾਸੇ ਵਾਲੀ ਗੱਲ ਕਹਿੰਦੇ ਤੂੰ ਬਹੁਤ ਸਿਆਣੀ ਬਹੁਤ ਸਿਆਣੀ ਤੂੰ ਹੱਸ ਵੀ ਨਹੀਂ ਸਕਦੀ ਆਪ ਗਵਾਈਏ ਤਾਂ ਸੋ ਪਾਈਏ ਅਵਰ
कैसी चतुराई। ये चातर मन ਆਪਾਂ ਨੂੰ ਕਿਸ ਤਰ੍ਹਾਂ ਲੁੱਟਦਾ। ਪਲੀਜ਼ ਲੈਟ ਯੂਰਸੈਲਫ ਗੋ। ਨਕਲੀ ਹਾਸਾ ਨਹੀਂ ਜੀ ਕਿਸੇ ਨੇ, ਨਹੀਂ ਤਾਂ ਉਹਨਾਂ 'ਤੇ ਮੁਕੱਦਮਾ ਚੱਲੂਗਾ। ਹਾਂਜੀ, ਸੱਚੀ ਸੰਗਤ ਵਿੱਚ ਆ ਕੇ ਨਕਲੀ ਹਾਸਾ। ਪਰਾਂ ਹੋਵੇ ਮਨ ਮੈਂ ਸੱਜਣ ਵੇਖਣਾ, ਪਰਾਂ ਹੋਵੇ ਮਨ ਮੈਂ ਸੱਜਣ ਵੇਖਣਾ, ਪਰਾਂ ਮਨ। ਨਹੀਂ, ਤੁਸੀਂ ਨਹੀਂ ਗਾਉਣਾ, ਤੁਸੀਂ ਮਹਿਸੂਸ ਕਰਨਾ। ਹੁਣ ਜੋ ਮਹਿਸੂਸ ਹੁੰਦਾ ਜੀ, ਇਹ ਪਰਮਾਤਮਾ ਹੀ ਪਰਮਾਤਮਾ। ਹਾਂਜੀ। ਕਿੱਥੇ ਕੁ ਮੇਰਾ ਯਾਰ ਹੱਸੇ, ਵੇਖਣੀ ਮੈਂ ਅੱਜ। ਓਏ ਓਏ, ਇੱਕ ਭਾਈ ਨੂੰ ਜੀ ਲੱਗਾ ਕਿ ਮੇਰੀ ਜਦੋਂ ਹਿਲਦਾ ਨਹੀਂ ਕੁਛ ਵੀ, ਤਾਂ ਬਾਂਹ ਚੁੱਕ ਕੇ ਦੇਖਦਾ ਮੈਂ ਜੀਂਦਾ ਕਿ ਨਹੀਂ। ਕੋਈ ਪਤਾ ਨਹੀਂ ਜੀ, ਸੁੱਤੇ ਪਿਆ ਨਾ ਕੀ ਹੋਣਾ। ਹੱਸਵੇ ਮਨਾ ਤੂੰ ਰਵਾਈ ਰੱਖ। ਮਨ ਰਵਾਉਂਦਾ ਹੈ ਤੇ ਉਹ ਹਸਾਉਂਦਾ ਹੈ। ਕੀ ਜ਼ਿੰਦਗੀ, ਕਿਹੋ ਜਿਹੀ ਆਪਾਂ ਨੂੰ ਬਖਸ਼ਿਸ਼, ਤੇ ਆਪਣੇ ਕੋਲੋਂ ਕਿੱਦਾਂ ਖੁੱਸ ਜਾਂਦੀ ਹੈ। ਆਪਾਂ ਤੇ ਇੱਕ ਜੋਕ, ਉਹਨੇ ਜੋਕ ਬਣਾਇਆ ਸੀ ਆਪਣੇ ਨਾਲ, ਆਪਣੇ ਨਾਲ ਸਾਰੇ ਦਾ ਸਾਰਾ ਜੋਕ ਉਹਨਾਂ ਨੇ ਕੀਤਾ ਸੀ, ਆਪਾਂ ਸਮਝੇ ਨਹੀਂ। ਉਹ ਦੱਸਦਾ ਰਿਹਾ ਤੂੰ ਹੈ ਨਹੀਂ, ਜੋਕ ਤੇਰੇ ਨਾਲ ਹੋ ਰਿਹਾ, ਤੂੰ ਹੈ ਹੀ ਨਹੀਂ, ਤੇਰੇ ਨਾਲ ਜੋਕ ਹੋ ਰਿਹਾ। ਨਹੀਂ ਜੀ, ਜੋਕ ਕਿੱਥੇ, ਮੈਂ ਤੇ ਹੈਗਾ। ਕੀ ਲੈਣਾ ਮਾਏ ਹੋ ਕੇ ਸੱਜਣ ਨੂੰ ਹੋਣ ਦਈਏ, ਕੀ ਲੈਣਾ ਮਾਏ ਹੋ ਕੇ ਸੱਜਣ ਨੂੰ ਹੱਸਣ ਦਈਏ, ਕੀ ਹੱਸਣ ਦਈਏ, ਹੱਸਣ ਦਈਏ। ਦੱਸਦੇ ਕਿ ਜਦੋਂ ਬੁੱਧ ਨੂੰ ਇਹ ਚੀਜ਼ ਮਹਿਸੂਸ ਹੋਈ, ਪਹਿਲੀ ਵਾਰ ਮਹਾਤਮਾ ਬੁੱਧ ਨੂੰ,
ये अपनी आत्मा है जी जो हस रही, आत्मा जो परमात्मा ਨਾਲ जुड़ी हुई। बुद्ध ਨੂੰ ਜਦੋਂ ਆਪਣੀ ਆਤਮਾ ਦੇ ਦਰਸ਼ਨ ਹੋਏ ਤੇ ਦੱਸਦੇ ਕਿ 7 ਦਿਨ ਉਹ ਹੱਸਦਾ ਹੀ ਰਿਹਾ। ਉਹ ਕਹਿੰਦਾ ਕਿ ਰੱਬ ਨੇ ਕਿਹੋ ਜਿਹਾ ਮੇਰੇ ਨਾਲ ਜੋਕ ਕੀਤਾ ਸੀ। ਜੋਕ ਸੁਣਾਉਣ ਵਾਲਿਆ ਤੂੰ ਆਪ ਜੋਕ। ਆਪਾਂ ਸਾਰੇ ਦੇ ਸਾਰੇ ਜੋਕ ਪਰਮਾਤਮਾ ਨੇ ਆਪਾਂ ਨੇ ਜੋਕ ਕੀਤਾ। ਔਰ ਕਿੰਨਾ ਗਹਿਰਾ ਜੋਕ ਦਾ ਉਦੋਂ ਪਤਾ ਲੱਗਦਾ ਨਾ ਜੀ ਜਦੋਂ ਆਪਾਂ ਨੂੰ ਹਾਸਾ ਆਵੇ ਵੀ ਇਹ ਜੋਕ ਸੀ। ਅੱਜ ਪਤਾ ਲੱਗਾ ਮੈਂ ਜੋਕ। ਮੇਰੇ ਨਾਲ ਕਿਹੋ ਜਿਹਾ ਜੋਕ। ਮੈਂ ਇੰਨਾ ਸਿਆਣਾ ਸੀ। ਕਿੰਨਾ 18 ਜਮਾਤਾਂ ਪੜ੍ਹਿਆ, PhD ਕੀਤੀ। ਮੇਰੇ ਨਾਲ ਹੀ ਜੋਕ ਹੋ ਗਿਆ। ਉੱਠਾਂਗੇ ਨਾ ਤੇ ਕਿਸੇ ਨੇ ਆਪਾਂ ਨੂੰ ਕਿਹਾ ਉਹ ਜੋਕ ਕਰਾ ਤੇ ਆਪਾਂ ਮੂੰਹ ਬਣਾ ਲੈਣਾ ਬਹੁਤ ਸਿਆਣਾ ਮੈਂ। जो अपना असली आपा वो बहुत प्यारा। आप डरते हैं लोग कहेंगे लोगों को पता लग जू सियाना नहीं। वो सियानप ढक के रखी सी। मैनू मेरिया सियानपा ने मारिया। बल्ले 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 वे साहबा बल्ले 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 वे तेरी बल्ले 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 वे हो वे। अंदर अंदर ओदी बल्ले बल्ले हो रही। देखा बल्ले बल्ले क्यों हो रही? मन नू जित लिया। बल्ले बल्ले वे तेरी बल्ले 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 वे तेरी बल्ले 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 वे तेरी बल्ले बल्ले बल्ले। जी एक गल समझण वाली जरूरी, बहुत सीरीयस, कि घरदियां नूं डराउणा होवे कि इहदे भूत आ गया। किसी ने नहीं अपने लग गया होना। हाँ जी, उठ के बैठिए जी प्लीज। लेट्स हौली जी उठना जी, संभल के। सज्जे पासे मुड़ के उठना चाहिए जी, फिर दिल ते नहीं तो जोर नहीं। जदों भी उठना सज्जे पासे नहीं उठना।
क्योंकि छाती दे दिल छाती दे थोड़ा जिहा खब्बे पासे, जे खब्बे पासों उठिए तो दिल ते प्रेस बहुत प्रेस हो जाता। हाँ जी, हुण महसूस करना जी डायफ्राम। Let us feel the diaphragm now, please. परमात्मा नूं प्लीज आपां सोचना नहीं जी कुछ भी, जे आपां सुरती दे विच जी वाहिगुरु वाहिगुरु रखिए तो फिर ख्याल नहीं आउंदे, नहीं तो ख्यालों तो बच नहीं सकते। ख्याल आ गया तो परमात्मा तो दूर हो गया। इन्नी क गल बस, रता क भेद मरोड़ी दा, रता क भेद बुल्ले शाह कहंदे रता क भेद मरोड़ी दा, बस कहंदे थोड़ा जिहा ही भेद, छोटा जिहा। महसूस करना जी, जदों श्वास लेंदे ते फेफड़े फुलदे और ਠਾਹ ਨੂੰ डायफ्राम पुश हुंदा, छाती नहीं उपर आउंदी। ਇਹਦਾ मतलब कि हवा जिहड़ी परमात्मा ऑक्सीजन ਨੂੰ ਹੇਠਾਂ ਨੂੰ ਖਿੱਚਦੇ ਆ ਇਸ ਤਰੀਕੇ ਨਾਲ। ਆਪਾਂ ਹਮੇਸ਼ਾ ਗਲਤ ਸਾਹ ਲੈਂਦੇ ਹਾਂ, ਆਪਾਂ ਛਾਤੀ ਵਿੱਚੋਂ ਸਾਹ ਲੈਂਦੇ ਹਾਂ। ਤੇ ਹੁਣ ਦਿਨੇ ਆਪਣੇ ਆਪ ਨੂੰ ਆਪਾਂ ਦੇਖਿਆ ਕਰਨਾ ਜੀ, किस तरह श्वास आ रहा। जी उठन की काली नहीं करनी चाहिए, उंज ही अपना मन कि उठ गया मैं भी उठा। इस चीज़ तो ही आप अलग होना, परमात्मा ना रहना सीखना, बाहर लोकां नाल रहना छड्ड के परमात्मा नाल रहना सीखना। आखें तां मैं बात पावां, तेरा खत अज सानू नेड़े हो के मिले आवे। वो खत की सी, तन मन दीजे सज्जना। Your letter met me closely today, and it looked me in the eyes. तेरा खत अज सानू, तेरा खत अज सानू नेड़े हो के मिले आवे। पाई अख विच अख उसने, सुनी कोई गल सुनी, तन मन दीजे सज्जन, सुन गई।
ਤੇਰਾ ਖਤ ਅੱਜ ਸਾਨੂੰ ਨੇੜੇ ਹੋ ਕੇ ਮਿਲੇ ਆਵੇ, ਪਾਈ ਅੱਖ ਵਿੱਚ ਅੱਖ ਉਸਨੇ। ਤੇਰਾ ਖਤ ਅੱਜ ਸਾਨੂੰ ਨੇੜੇ ਹੋ ਕੇ ਮਿਲੇ ਆਵੇ, ਪਾਈ ਅੱਖ ਵਿੱਚ ਅੱਖ ਉਸਨੇ। ਤੇਰਾ ਖਤ ਪਾਈ ਅੱਖ ਵਿੱਚ ਅੱਖ, ਤੇਰਾ ਖਤ ਅੱਜ ਸਾਨੂੰ ਤੇਰਾ ਖਤ ਅੱਜ ਸਾਨੂੰ ਪਾਈ ਤੇਰਾ ਖਤ ਅੱਜ ਸਾਨੂੰ ਤੇਰਾ ਸਰਨਾਮਾ ਸਾਨੂੰ ਪੂਰਾ ਪੂਰਾ ਦੱਸਿਆ ਵੇ, ਨਾਲੇ ਭੇਦ ਉਹਦੇ ਵਿੱਚ ਲੱਖ ਨੇ। ਇੰਨੀ ਕੀ ਗੱਲ ਤਨ ਮਨ ਦੀਜੈ ਸੱਜਣਾ, ਤਨ ਮਨ ਧਨ ਸਭ ਗੁਰ ਕੋ ਸੌਂਪੀਏ। ਹਾਂਜੀ, ਇੰਨੀ ਕੁ ਗੱਲ ਤੇਰੇ ਚਿੱਠੀ ਅੱਜ ਨੇੜਿਓਂ ਹੋ ਕੇ ਮਿਲੀ। ਕਹਿੰਦੀ ਮੈਨੂੰ ਪੜ੍ਹ, ਕੋਲ ਹੋ ਕੇ ਮੈਨੂੰ ਪੜ੍ਹ। ਕੀ ਲਿਖਿਆ ਹੈ ਉਹਨੇ, ਕੀ ਲਿਖਿਆ ਹੈ? ਸਮਝੇ? ਵਿਚਾਰ ਵਿਚਾਰ ਕਰ, ਜੋ ਉਹਨੇ ਲਿਖਿਆ ਉਹਨੂੰ ਮਹਿਸੂਸ ਕਰਕੇ ਸਮਝ। Your letter today gave me your full address, and along with that millions of secrets. ਉਹ ਦੱਸਿਆ ਉਹਨੇ ਕਿ ਦੇਖੋ ਹੱਸਦਾ ਅੰਦਰ, ਪਰ ਤੂੰ ਅਜੇ ਪੂਰਾ ਨਹੀਂ ਦੇਖ ਸਕਦੀ ਕਿਉਂਕਿ ਅਜੇ ਕਾਲਾ ਮਾਲਾ ਜਿਹਾ ਲੱਗਦਾ। ਪੂਰਾ ਜਿਸ ਦਿਨ ਦੱਸਿਆ ਉਸ ਦਿਨ ਹੋਰ ਗੱਲ ਹੋਣੀ। ਤੇਰਾ ਖਤ ਅੱਜ ਸਾਨੂੰ ਨੇੜੇ ਹੋ ਕੇ ਮਿਲੇ ਆਵੇ, ਪਾਈ ਅੱਖ ਵਿੱਚ ਅੱਖ ਉਸਨੇ। ਤੇਰਾ ਸਰਨਾਮਾ ਸਾਨੂੰ ਪੂਰਾ ਪੂਰਾ ਦੱਸਿਆ ਵੇ, ਨਾਲੇ ਭੇਦ ਉਹਦੇ ਵਿੱਚ ਲੱਖ ਨੇ।
ਉਹ ਸਾਹ ਕਿਸ ਤਰ੍ਹਾਂ ਲੈਣਾ, ਉਹ ਕਈ ਕੁਛ ਹਨ ਜੀ। ਤੇਰਾ ਸਰਨਾਵਾ ਉਹਨੇ, ਤੇਰਾ ਸਰਨਾਵਾ ਸਾਨੂੰ ਪੂਰਾ ਪੂਰਾ। He told, that letter of yours told me full address of yours. ਤੂੰ ਸਾਰੇ ਅੰਦਰ 'ਚ ਵਸਦਾ ਹੈ, ਸਾਰੇ ਅੰਦਰ 'ਚ, ਸਾਰੇ ਅੰਦਰ 'ਚ ਮੈਂ ਦੇਖਿਆ ਤੂੰ ਕੰਮ ਕਰ ਰਿਹਾ ਹੈ। ਬਾਹਰਲੀ ਚਮੜੀ ਤੱਕ ਕੱਲੇ ਕੱਲੇ ਸੈੱਲ ਵਿੱਚ ਤੂੰ ਵਸ ਰਿਹਾ ਹੈ। ਤੇਰਾ ਸਰਨਾਵਾ ਉਹਨੇ, ਤੇਰੇ ਖੱਤ ਨੇ ਪੂਰਾ ਪੂਰਾ ਦੱਸਿਆ ਆਵੇ। ਰਿਲੈਕਸ ਰਿਲੈਕਸ ਰਹਿ ਕੇ ਗਾਉਣਾ ਜੀ ਪਲੀਜ਼। ਹਾਂਜੀ, ਤੇਰਾ ਸਰਨਾਵਾ ਉਹਨੇ ਪੂਰਾ ਪੂਰਾ ਦੱਸਿਆ ਆਵੇ, ਨਾਲੇ ਭੇਦ ਉਹਦੇ ਵਿੱਚ ਲੱਖ ਨੇ। ਤੇਰਾ ਸਰਨਾਵਾ ਉਹਨੇ ਪੂਰਾ ਪੂਰਾ ਸਰਨਾਵਾ ਐਡਰੈਸ, ਤੇਰਾ ਸਰਨਾਵਾ ਉਹਨੇ ਪੂਰਾ ਪੂਰਾ ਦੱਸਿਆ ਆਵੇ, ਨਾਲੇ ਭੇਦ ਉਹਦੇ ਵਿੱਚ ਲੱਖ ਨੇ। ਤੇਰਾ ਸਰਨਾਵਾ ਉਹਨੇ ਪੂਰਾ ਪੂਰਾ ਦੱਸਿਆ ਆਵੇ, ਨਾਲੇ ਭੇਦ ਉਹਦੇ ਵਿੱਚ ਲੱਖ ਨੇ। ਤੇਰਾ ਭੇਦ ਉਹਦੇ ਵਿੱਚ, ਪੇਟ ਤੇ ਧਿਆਨ ਰੱਖ ਕੇ ਗਾਉਣਾ ਜੀ ਪਲੀਜ਼, ਵਾਈਲ remaining focused at the tummy, down below the navel point, just below the navel point. ਤੇ we are going to sing. ਨਾਭੀ ਤੋਂ ਥੋੜਾ ਜਿਹਾ ਥੱਲੇ ਧਿਆਨ ਰੱਖ ਕੇ ਤੇ ਗਾਉਣਾ, ਤਾਂ ਕਿ ਆਪਾਂ ਅਪ ਟਾਈਟ ਨਾ ਹੋ ਜੀ। ਬਹੁਤ ਬਹੁਤ ਬੀਬੇ ਖੁੱਲ ਕੇ। ਤੇਰਾ ਸਰਨਾਵਾ ਉਹਨੇ ਪੂਰਾ ਪੂਰਾ ਦੱਸਿਆ ਆਵੇ, ਨਾਲੇ ਭੇਦ ਉਹਦੇ ਵਿੱਚ ਲੱਖ ਨੇ। ਤੇਰਾ ਸਰਨਾਵਾ
Sia